जी का खालसा ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਜਿਵੇਂ ਕਿ ਅਸੀਂ ਹੁਣ ਆਪਣੀ ਗੁਰਬਾਣੀ ਸ਼ੇਅਰਿੰਗ ਸੈਸ਼ਨ ਦੀ ਕਲਾਸਿਸ ਹਫਤੇ 'ਚ 2 ਵਾਰ ਕਰਤੀਆਂ ਨੇ, ਟਿਊਜ਼ਡੇਜ਼ ਤੇ ਸੈਟਰਡੇਜ਼। ਇਹ ਥੋੜਾ ਜਿਹਾ ਚੇਂਜ ਕੀਤਾ ਗਿਆ ਹੈ ਕਿਉਂਕਿ ਹੁਣ ਥੋੜਾ ਜਿਹਾ ਆਵਾਜਾਈ ਥੋੜੀ ਸਟਾਰਟ ਹੋ ਗਈ ਹੈ, ਵੀਕਐਂਡਸ ਥੋੜੇ ਜਿਹੇ ਬਿਜ਼ੀ ਹੋਣ ਲੱਗੇ ਨੇ ਤੇ ਸੂਟ ਕਰ ਰਿਹਾ ਸੀ ਕਿ ਹਫਤੇ 'ਚ 2 ਵਾਰ ਕੀਤਾ ਜਾਵੇ। ਤੇ ਇਸ ਤੋਂ ਉੱਪਰ ਅਸੀਂ ਅੱਜ ਦੀ ਜਿਹੜੀ ਸਾਡੀ ਕਲਾਸ ਹੈ, ਅੱਜ ਦਾ ਜਿਹੜਾ ਸੈਸ਼ਨ ਹੈ, ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਸਰਦਾਰ ਸੁਰਨਜੀਤ ਸਿੰਘ ਜੀ ਸਾਨੂੰ ਕਰਾਉਂਦੇ ਨੇ ਇੱਕ ਪ੍ਰੈਜੈਂਟੇਸ਼ਨ ਫਾਰਮ ਵਿੱਚ, ਤੇ ਬਿਲਕੁਲ ਡਿਟੇਲਡ ਸੈਸ਼ਨ ਸਾਨੂੰ ਬਿਲਕੁਲ ਹੀ ਪ੍ਰੈਜੈਂਟੇਸ਼ਨ ਦੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਇੱਕ ਇੱਕ ਚੀਜ਼ ਦੀ ਡਿਸਕ੍ਰਿਪਸ਼ਨ ਵੇਖਣ ਨੂੰ ਮਿਲਦੀ ਹੈ, ਸਮਝ ਆਉਂਦੀ ਹੈ ਸਾਨੂੰ, ਬਿਲਕੁਲ ਉਹਦੀ ਪਰਿਭਾਸ਼ਾ, ਉਹਦੀ ਡੈਫੀਨੇਸ਼ਨ ਬਿਲਕੁਲ ਕਲੀਅਰ ਹੋ ਜਾਂਦੀ ਹੈ ਪ੍ਰੈਜੈਂਟੇਸ਼ਨ ਦੇਖਣ ਤੋਂ ਬਾਅਦ। ਤੇ ਇੱਕ ਬਹੁਤ ਅੱਛਾ ਤਰੀਕਾ ਸੰਗਤ ਨੂੰ ਸਮਝਾਉਣ ਦਾ ਅਸੀਂ ਅੱਜ ਸਰਵਣ ਕਰਾਂਗੇ ਸਰਦਾਰ ਸੁਰਨਜੀਤ ਸਿੰਘ ਵੱਲੋਂ। ਤੇ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਜੀ ਇੱਕ ਓਂਕਾਰ। ਤੇ ਸੁਰਨਜੀਤ ਜੀ, ਓਵਰ ਟੂ ਯੂ। ਅਸੀਂ ਕਲਾਸ ਨੂੰ ਸਟਾਰਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਆਪਣਾ ਸਮਾਂ ਕੱਢ ਕੇ ਸੈਸ਼ਨ ਲਈ ਆਏ ਹੋ। ਜਿਵੇਂ ਕਿ ਪਹਿਲਾਂ ਹੀ ਸ਼ੇਅਰ ਕੀਤਾ ਜਾ ਚੁੱਕਾ, ਅੱਜ ਦਾ ਜੋ ਟੌਪਿਕ ਹੈ ਉਹ ਹੈ ਇੱਕ ਓਂਕਾਰ। ਛੋਟੇ ਤੋਂ ਛੋਟਾ ਸਿੱਖ ਬੱਚਾ ਵੀ ਇੱਕ ਓਂਕਾਰ ਨਾਲ ਪਰਿਚਿਤ ਹੁੰਦਾ। ਕੋਈ ਐਸਾ ਇੱਕ ਨਵੀਂ ਚੀਜ਼, ਨਵਾਂ ਟੌਪਿਕ ਨਹੀਂ ਹੈ। ਇਸ ਟੌਪਿਕ ਤੇ ਜਦੋਂ ਵੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇੱਕ ਓਂਕਾਰ ਤੋਂ ਹੀ ਹੋਈ ਹੈ। ਉਹਦਾ ਭਾਵ ਸਾਨੂੰ ਥੋੜਾ ਜਿਹਾ ਇੱਕ ਅਲੱਗ ਤਰੀਕੇ ਨਾਲ ਅਗਰ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਇਹ ਸਾਰੀ ਗੇਮ ਕੀ ਚੱਲ ਰਹੀ ਹੈ, ਤੇ ਉਸ ਦੇ ਉੱਤੇ ਅੱਜ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਸੁਝਾਅ ਜਿਹੜੇ ਨੇ ਅਖੀਰ ਵਿਚਕਾਰ ਲਏ ਜਾਣਗੇ, ਡਿਸਕਸ਼ਨ ਵੀ ਹੋਏਗੀ। ਸੋ ਅਸੀਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਇਨਫੈਕਟ ਅਸੀਂ ਜੋ ਲਾਸਟ ਟੌਪਿਕ ਸੀ ਉਹ ਨਾਮ ਤੇ ਸੀ, ਸਤਨਾਮ। ਥੋੜਾ ਜਿਹਾ ਇਸ ਤਰ੍ਹਾਂ ਕਹੀਏ ਕਿ ਰਿਵਰਸ ਹੋ ਗਿਆ। ਪਹਿਲੇ ਅਗਰ ਇੱਕ ਓਂਕਾਰ ਫਿਰ ਸਤਨਾਮ ਕਰਦੇ ਤੇ ਸ਼ਾਇਦ ਤਾਂ ਵੀ ਠੀਕ ਸੀ, ਪਰ ਅਸੀਂ ਨਾਮ ਪਹਿਲੇ ਲੈ ਲਿਆ, ਇੱਕ ਓਂਕਾਰ ਦੀ ਹੁਣ ਸ਼ੁਰੂਆਤ ਕਰ ਰਹੇ ਹਾਂ। ਸੋ ਜਦੋਂ ਵੀ ਅਸੀਂ ਇਸ ਟੌਪਿਕ ਤੇ ਗੱਲ ਕਰਾਂਗੇ, ਇਹਦੇ 'ਚ ਇੱਕ ਐਸਪੈਕਟ ਸਾਹਮਣੇ ਆਏਗਾ ਜੋ ਸ਼ੁਰੂ 'ਚ ਅਸੀਂ ਲਿਆ ਹੈ, ਉਹ ਆਲਰੇਡੀ ਰਿਪੀਟੀਸ਼ਨ ਹੈ। ਕੁਛ 1.5 ਸਾਲ ਪਹਿਲੇ ਇੱਕ ਜੋ ਮੋਡਿਊਲ 1 ਹੈ ਡਿਸਕਸ਼ਨ ਹੋਈ ਸੀ, ਕੁਛ ਉਹਦਾ ਪਾਰਟ ਹੈ। ਜੋ ਸੈਕਿੰਡ ਪਾਰਟ ਹੈ ਉਹ ਥੋੜਾ ਡਿਫਰੈਂਟ ਹੈ। ਸੋ ਕੁਛ ਤੁਹਾਡੇ ਲਈ ਰਿਪੀਟੀਸ਼ਨ ਵੀ ਹੋਏਗਾ, ਕਿਉਂਕਿ ਟੌਪਿਕ ਨੂੰ ਕੰਪਲੀਟਨੈਸ ਵਿੱਚ ਦੇਖਣਾ ਸੀ, ਇਸ ਲਈ ਉਸ ਪਾਰਟ ਨੂੰ ਵੀ ਇਨਕਲੂਡ ਕਰ ਲਿਆ। ਤੇ ਚਲੋ ਜੀ ਸ਼ੁਰੂਆਤ ਕਰਦੇ ਹਾਂ। ਇੱਕ ਓਂਕਾਰ ਨੂੰ ਸਮਝਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਮੈਂ ਕੌਣ ਹਾਂ। ਤੇ ਅਗਰ ਡੈਥ ਇਨਐਵਿਟੇਬਲ ਹੈ, ਡੈਥ ਹੋਣੀ ਹੈ, ਤੇ ਫਿਰ ਸਾਨੂੰ ਪੈਦਾ ਹੀ ਕਿਉਂ ਕੀਤਾ ਗਿਆ ਬਈ। ਔਰ ਜੋ ਵਿੱਚ ਦਾ ਪੀਰੀਅਡ ਹੈ ਜਨਮ ਤੋਂ ਲੈ ਕੇ ਡੈਥ ਦੇ ਵਿਚਕਾਰ ਦਾ, ਉਹਦਾ ਕੋਈ ਪਰਪਸ ਹੈ? ਜੇ ਪਰਪਸ ਹੈ ਤੇ ਉਹ ਜੋ ਗੇਮ ਚੱਲ ਰਹੀ ਹੈ ਉਹਦੇ ਰੂਲਸ ਕੀ ਹਨ, ਕੀ ਠੀਕ ਹੈ ਕੀ ਨਹੀਂ ਠੀਕ ਹੈ, ਮੇਰੀਆਂ ਦੁੱਖਾਂ ਦਾ ਕੋਈ ਜਵਾਬ ਵੀ ਹੈ ਜਾਂ ਨਹੀਂ ਹੈ, ਅਸੀਂ ਸਾਰੇ ਇੱਕੋ ਜਿਹੇ ਕਿਉਂ ਨਹੀਂ ਹਾਂ, ਅਸੀਂ ਸਾਰੇ ਵੱਖਰੇ ਵੱਖਰੇ ਕਿਉਂ ਹਾਂ, ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਨੂੰ ਜੋੜ ਕੇ ਰੱਖੀ ਹੋਈ ਹੈ, ਸੰਭਾਲ ਕੇ ਰੱਖੀ ਹੋਈ ਹੈ, ਔਰ ਕੀ ਅਸੀਂ ਟਰੂ ਸੈਂਸ ਦੇ ਵਿੱਚ ਲਿਬਰੇਟ ਹੋ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਇੱਕ ਬੁਨਿਆਦੀ ਸਵਾਲ ਨੇ ਜੋ ਜ਼ਿੰਦਗੀ ਨਾਲ ਜੁੜੇ ਹੋਏ ਨੇ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਕਿੱਥੇ ਜਾ ਕੇ ਇੱਕ ਓਂਕਾਰ ਨਾਲ ਜੁੜਦਾ ਹੈ। ਅਸੀਂ ਇਹ ਸਾਰੇ ਟੌਪਿਕ ਅੱਜ ਨਹੀਂ ਲੈ ਰਹੇ, ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਇਹ ਜੋ ਜ਼ਿੰਦਗੀ ਦੇ ਬੁਨਿਆਦੀ ਸਵਾਲ ਹੈ, ਇਹਨਾਂ ਦਾ ਕਿਤੇ ਨਾ ਕਿਤੇ ਬੇਸ ਇੱਕ ਓਂਕਾਰ ਹੀ ਹੈ। ਉਹਦੀ ਕਿਤੇ ਜਾ ਕੇ ਜੜ੍ਹਾਂ ਜਾ ਕੇ ਵਾਪਸ ਜੁੜਦੀਆਂ ਤੇ ਇੱਕ ਓਂਕਾਰ ਨਾਲ ਜਾ ਕੇ ਜੁੜਦੀਆਂ ਨੇ। ਇਸ ਕਰਕੇ ਇੱਕ ਓਂਕਾਰ ਵਰਡ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਤਾਂ ਕਿ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਢੂੰਡ ਸਕੀਏ, ਇੱਕ ਜੋ ਸ਼ੱਕ ਦਾ ਗੁੰਜਾਇਸ਼ ਹੈ, ਅਸੀਂ ਉਹਨੂੰ ਵੀ ਇਸ ਦਾਇਰੇ 'ਚ ਲੈ ਆਏ ਹਾਂ ਕਿ ਸਭ ਤੋਂ ਵੱਡਾ ਕੁਐਸਚਨ ਤੇ ਇਹੀ ਹੈ ਕਿ ਪਰਮਾਤਮਾ ਵੀ ਹੈ ਕਿ ਨਹੀਂ, ਕਿਉਂਕਿ ਦੁਨੀਆ 'ਚ ਦੀ ਬੜੀ ਡਿਬੇਟ ਚੱਲਦੀ ਹੈ ਔਰ ਅੱਜ ਅੱਧੀ ਤੋਂ ਜ਼ਿਆਦਾ ਦੁਨੀਆ ਇਸ ਚੀਜ਼ ਨੂੰ ਵੀ ਮੰਨਦੀ ਹੈ ਕਿ ਪਰਮਾਤਮਾ ਹੈ ਹੀ ਨਹੀਂ। ਸੋ ਇਸ ਦਾ ਇੱਕ ਇਹ ਉਹੀ ਪਾਰਟ ਹੈ ਜੋ ਅਸੀਂ ਪਹਿਲੇ ਕਵਰ ਕਰ ਚੁੱਕੇ ਹਾਂ। ਸੋ ਅਸੀਂ ਥੋੜਾ ਫਾਸਟ ਚੱਲਾਂਗੇ ਔਰ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਹਦੇ 2
ਅਸੀਂ ਐਸਪੈਕਟ ਲਏ ਨੇ। ਇੱਕ ਤੇ ਚੈਲੰਜਿੰਗ ਵਿਊਜ਼, ਇਜ਼ देयर ए गॉड, ਉਹਨੂੰ ਜੋ ਚੈਲੰਜ ਕਰਦੇ ਨੇ ਕਿ ਪਰਮਾਤਮਾ ਨਹੀਂ ਹੈ, ਉਹਨਾਂ ਦੇ ਵਿਊਜ਼ ਕੀ ਹੈ ਔਰ ਉਹਨਾਂ ਨੇ ਕਿਸ ਤਰ੍ਹਾਂ ਦੁਨੀਆ ਤੇ ਜਾ ਕੇ ਇੰਪੈਕਟ ਪਾਇਆ। ਸੋ ਜੋ ਚੈਲੰਜਿੰਗ ਵਿਊ 1 ਹੈ ਉਹਦੇ ਚ ਅਸੀਂ 3 ਵਿਊਜ਼ ਲਏ, 3 ਬੜੇ ਵੱਡੇ ਵੱਡੇ ਜੋ ਦੁਨੀਆ ਦੇ ਲੀਡਰਸ ਹੋਏ ਆ ਉਹਨਾਂ ਨੇ ਕੀ ਕਿਹਾ ਇਹਦੇ ਬਾਰੇ। एक कार्ल मार्क्स हुए हैं अप टू 1883, वो जर्मन पॉलिटिशियन और फिलोसफर सन, और मार्क्सिस्ट थ्योरी आज दिन तक दुनिया के कई हिस्सों चल रही है। कई कंट्रीज का बेसिस जो है उन्होंने कॉन्स्टिट्यूशन का बेसिस भी मार्क्सिस्ट जिहड़े हैं वो इसी बेसिस ते ही है। ते कार्ल मार्क्स का कहना सी कि रब नूं मनण वाले व्यक्ति की गलत सोच का कारण मानसिक गड़बड़ी हो सकती है। मतलब इतने स्ट्रॉन्ग व्यूज रखे हैं कि जड़ा बंदा परमात्मा च विश्वास रखता है उसकी शायद कुछ थिंकिंग विच ही प्रॉब्लम आ गई है। तो इन्हों मनण वाले तुसी सोच सकते हो करोड़ां करोड़ां लोगों के व्यूज जो इन्हों मैच करते हैं वो हैं जो परमात्मा नूं नहीं मनते। एक चैलेंजिंग व्यू 2 जड़ा है वो फ्रेडरिक नीत्से है। नीत्से बहुत ही इन्हां दे वड्डी फॉलोइंग है। 1900 तक इन्हां दा दुनिया नूं छड्ड के चले गए, पर उस तो पहला इन्होंने बड़ियां बुक्स लिखियां। जर्मन फिलोसफर सन, वो बुक्स ने बड़ा प्रभाव पाया दुनिया ते। इन्होंने प्रूव करने की कोशिश की कि इस तरह की कोई चीज़ नहीं है। और उन्होंने एक कहना सी कि ए फेथ इक्वेट्स टू नॉट वांटिंग टू नो व्हाट इज ट्रू। मतलब कि जे विश्वास कर ले दा मतलब मैं सच नूं जानना ही नहीं चाहता, मैं तो तुसीं कह दित्ता मैं मान लिया। सच तक ना पहुंचण दा एक जो रास्ता लोगों ने लभ्या है वो है धर्म है, ਜਦੋਂ कि एक सच्चाई नहीं है। ਅਸੀਂ ਜਾਣਦੇ ਹਾਂ ਸਾਡਾ ਤੇ ਸਾਰਾ ਮਾਰਗ ਹੀ ਸੱਚ ਤੱਕ ਪਹੁੰਚਣ ਦਾ। पर ठीक है इन्होंने लोगों पे बहुत बड़ा प्रभाव पाया। और एक जो तीसरा व्यू है सिगमंड फ्रॉयड का, जो कि चेकोस्लोवाकिया दे हुण ते चेक ही रह गया, स्लोवाकिया वखरा हो गया। वो एक साइकियाट्रिस्ट और ऑथर सन, उन्होंने भी करोड़ों फॉलोअर्स हैं। और सिगमंड फ्रॉयड दी थ्योरीज बड़ी दुनिया पढ़ाइयां भी जांदियां। So he says a person who believes in a creator God is delusional and only holds those beliefs due to a wish fulfillment factor। क्योंकि साडे सब दी कोई ख्वाहिश है, ਅਸੀਂ ਚਾਹੁੰਦੇ ਹਾਂ ਕੋਈ ख्वाहिश ਸਾਡੀ ਪੂਰੀ ਕਰ ਦੇ, ਇਸ ਕਰਕੇ ਲੋਕਾਂ ਨੇ ਰੱਬ ਬਣਾ ਲਿਆ ਵੀ ਹੁਣ ਕਿਸੇ ਹੋਰ ਤੋਂ ਨਹੀਂ ਪੂਰੀ ਹੁੰਦੀ ਤੇ ਚਲੋ ਇੱਕ ਰੱਬ ਹੀ ਮੰਨ ਲਓ, ਉਹ ਸ਼ਾਇਦ ਪੂਰੀਆਂ ਕਰ ਦੇ। ਤੇ ਇਹਨਾਂ ਦਾ ਵਿਊ ਸੀ ਕਿ ਜੇ ਇਨਸਾਨ ਨੇ ਰੱਬ ਨੂੰ ਮੰਨਿਆ ਤੇ ਸਿਰਫ ਇਸ ਕਰਕੇ ਕਿ ਉਹਦੀਆਂ ਕੋਈ ਇੱਛਾਵਾਂ ਨੇ। पर बड़ी इंटरेस्टिंग गल है, गुरबाणी इत्थे काफ़ी कुछ इस बारे जिक्र भी करती है कि परमात्मा नाल जे साडा लिंक एक्चुअल च नहीं बन पा रहा, वो इसी करके क्योंकि साडियां विश दी लिस्ट बड़ी लंबी है। सो ये किथे ओवरलैप करता है, पर फ्रॉड दे हिसाब नाल ते ये परमात्मा नहीं सी, पर गुरबाणी दे हिसाब नाल जो परमात्मा है, जे असीं विश फुलफिलमेंट ते लगे रहांगे तां फिर असीं परमात्मा तक नहीं पहुंच सकते। सो ये 3 लोगों ने दुनिया ते बहुत गहरा प्रभाव पाया। और उस तो बाद असी देखते हैं 1966 दे विच टाइम मैगजीन ने एक आर्टिकल निकालिया, इज गॉड डेड। ये मोस्ट आइकॉनिक कंट्रोवर्शियल और डिबेटेड कवर पेज सी टाइम मैगजीन का, जिहदे ते कई डिकेड्स तक डिबेट हुई। इन्होंने साइंटिस्ट दे व्यू रखे और ये दस्सिया कि हुण आने वाले समय में साइंस तुहानूं सब कुछ दस देगी और ये भेद जो परमात्मा का रौला पिया सब बंद हो जाएगा, क्योंकि असीं हुण सच्चाई दे बहुत नेड़े पहुंच चुके हैं। जो यूनिवर्स की सच्चाई है वो बस साइंस दसण ही वाली है और थोड़ा ही समा रह गया। और ये टाइम सी जदों साइंस ने बड़ियां वड्डियां वड्डियां डिस्कवरीज कर लियां सी यूनिवर्स के बारे बहुत कुछ पता लगा लिया सी, ते उन्हां नूं ये फील आउण लग गया सी बस हुण असीं असली सच्चाई तक पहुंच जावांगे। एटम दे अंदर की है, की उहदी किस तरह बनया, की होया, की उहदी बैकग्राउंड है, सब असीं दस देंगे दुनिया नूं, ताकि ये भेद खुल जाए कि परमात्मा नहीं है। पर इन्हां विचारां नूं थोड़ा जिहा ज़्यादा डीप एनालिसिस करन दी लोड़ है। ये सन चैलेंजिंग व्यूज़। हुण असीं अगे चल के देखते हैं कि जो बिलीवर्स या जो सपोर्टिव व्यूज़ है वो की हैं। थोड़ा जिहा असीं फास्ट चल रहे हैं क्योंकि ये टॉपिक पहले कवर हो चुका है। तो इहदे जिहड़े सपोर्टिव व्यूज़ ने वो ने दे आर बिल्ड अपॉन द एनालिटिकल इन्फ्रेंसिस, फिलोसफिकल असेसमेंट्स एंड डिजाइन थिंकिंग कंसिडरेशन। ये आज दे मॉडर्न व्यूज़ हैं एंड द व्यूज़ ऑफ दोज हु हैव स्टडीड द यूनिवर्स क्लोजली। इन्हां सारिਆਂ ਨੂੰ ਅਸੀਂ कंबाइन करके चलते हैं। तो जो सपोर्टिव व्यूज़ हैं वो 3 तरह के लैके चलांगे। एक है कॉजेलिटी व्यू, कारण कारण विचार,
दूसरा है गूढ़वादी विचार, ट्रांसेंडेंटल व्यूज, एंड तीसरा है टेलियोलॉजिकल व्यूज यानी कि उद्देश्यकारी विचार। ਇਹਨਾਂ ਨੂੰ ਬਹੁਤ ਧਿਆਨ ਨਾਲ ਔਰ ਥੋੜਾ ਗਹਿਰਾਈ ਵਿੱਚ ਸਮਝਣ ਦੀ ਲੋੜ ਹੈ। ਫਿਰ ਅਸੀਂ ਦੇਖਾਂਗੇ ਕਿ ਸਾਇੰਟਿਸਟ ਦੇ ਅੱਜ ਦੇ ਸਾਇੰਟਿਸਟ ਦੇ ਵਿਊਜ਼ ਕੀ ਹੈ। 1966 ਵਿੱਚ ਜੋ ਹੋਇਆ ਉਸ ਤੋਂ ਬਾਅਦ ਅਸੀਂ ਇਹ ਵੀ ਜਾਣਦੇ ਹਾਂ ਹਿੱਪੀ ਮੂਵਮੈਂਟ ਆਈ, ਕਈ ਕੰਟਰੀਜ਼ ਜਿਹੜੇ ਨੇ ਉਹ ਉੱਥੇ ਅਥੀਸਿਜ਼ਮ ਬਹੁਤ ਜ਼ਿਆਦਾ ਵੱਧ ਗਿਆ ਔਰ ਲੋਕਾਂ ਨੇ मतलब खुल के इवन क्रिश्चियनिटी के मजाक भी उसी पीरियड बनने शुरू हुए और फिर काफी कुछ होया, मतलब उस डिटेल च असी नहीं जानते। पर इन्हां तिन्नां विचारां नूं देख के फिर असी इंडिविजुअल ते फैसला छोड़ते हैं, वो फैसला करे कि परमात्मा नूं वो है या नहीं है। मनते ते हाँ क्योंकि किया गया, पर कि दिल तो समझते हैं कि वो है कि नहीं है। सो जो करण कारण विचार है, कॉजैलिटी व्यू है, वो कॉज एंड इफेक्ट के बेसिस ते है कि जो ये व्यू कहता है कॉज एंड इफेक्ट कनैक्ट्स द स्टोरी लाइन। अगर असी किसी भी चीज नूं स्टडी कर रहे हैं तो उहदे कॉज एंड इफेक्ट नूं ज्यों-ज्यों स्टडी करते जावांगे तो सानूं पता लगेगा एवरी इफेक्ट हैज ए कॉज बिहाइंड इट। हर जो चीज हो रही है उहदे पीछे कोई ना कोई कारण है और वो कारण सानूं समझना जरूरी है। वो सानूं किथे ना किथे कनैक्ट करेगा उन्हां यूनीवर्सल लॉज नाल, प्रिंसिपल्स नाल, और फिर देखांगे असी किथे पहुंच पा रहे हैं। इहदे विच एक 5 वाई थ्योरी आंदी है, स्टेज आ जाती जो सानू जवाब मिलना बंद हो जाता है। सो इनू 5 वाई थ्योरी क्या है? 5 वाई का मतलब जरूरी नहीं 5 ही हो, 3 वाई भी हो सकते हैं, 2 भी, 7 भी, बट इनू ऑन एन एवरेज कि 5 बार वाई अगर पूछा जाए तो सानू किसी भी चीज का दुनिया की जवाब मिलना बंद हो जाता है और वो जाके परमात्मा नाल कनैक्ट होती है। उन्होंने रूट कॉज एनालिसिस भी किया जाता है। अगर इस बार वाई पूछा जाए, फिर वाई पूछिए, फिर एक बार होर वाई पूछिए, जो भी सिचुएशन आई है। एंड अजकल दे विच कंपनियां दे विच भी जदों कोई प्रॉब्लम आती है तो असी रूट कॉज एनालिसिस करते हैं। उन्होंने कंपनियां विच एक क्वेश्चन बार बार वाई का पूछा जाता है ताकि सानू बेसिक रीजन समझ आए क्यों आई है प्रॉब्लम, और असी तां जाके रुकते हैं जदों असी रूट ते पहुंच जाते हैं। पर जो फिलोसफिकल थ्योरी कहती है पंज जिथे तुसी जाके रुकियो, एक बार होर वाई पूछ के देख लो, जो ही तुसी नेक्स्ट वाई पूछोगे तुहानू लगेगा ये गल हुण परमात्मा वल जा रही, ताकि तुसी कह सकते हो मैनू नहीं पता। सो असी एक छोटी जी एग्जाम्पल भी लवांगे, इनू फिश बोन डायग्राम कहते हैं, जिहदे कि वी आर ट्राइंग टू कनैक्ट द रीजनस। कॉजैलिटी व्यू दी एक एग्जाम्पल है कि वाई आर सो मेनी पेशेंट्स इन द हॉस्पिटल, इतने सारे बंदे क्यों हैं हस्पतालों च अजकल? कहते जी कोरोना पैंडेमिक है, उसकी वजह नाल बंदे हस्पतालों च ने। कहते कोरोना पैंडेमिक क्यों हो गया? कहते जी स्प्रैड ऑफ इन्फेक्शन करके होया, वायरस ने इन्फेक्शन स्प्रैड किया, इस करके हो गया, अज खूब फैल रहा है। कहते वाई इन्फेक्शन फ्रॉम वायरस? कहते इट इज द नेचर ऑफ द वायरस, वो नेचर ही है उसका कि वायरस का कि वो स्प्रैड होंदा है और बीमारी नूं फैलांदा है, उसका नेचर है। Why is the nature of, why is this the nature of virus? वायरस का नेचर क्यों है? कहते सानू नहीं पता। सो इत्थे चौथे वाई ते खत्म हो गई कहानी। एक कुदरत का नियम है, सानू विश्वास जानो। रूट कॉज करते हुए दुनिया विच अज तक एक भी ऐसी सिचुएशन नहीं मिली जिहदा अल्टीमेट रूट कॉज तो मिल गया बट अल्टीमेट रूट कॉज नहीं मिलता, और सीधा परमात्मा नाल जाके जोड़ दिंदा है कि इत्थे तक तो मिल गया वाई इन्फेक्शन फ्रॉम वायरस बिकॉज इट इज द नेचर ऑफ द वायरस। ये तो समझ आ गया, इट इज रूट कॉज। उस नेचर नूं लैके अगे साइंटिस्ट काम करन लग गए, वो उन्होंने लास्ट वाई मान लिया, उस नेचर वायरस के नेचर नूं समझण लग गए, उस वायरस के नेचर नूं किवें कितना को कंट्रोल कर सकते हैं वो करन लग गए। पर उन्होंने फर्दर एक क्वेश्चन का आंसर नहीं मंगने की कोशिश की थी कि वाई दिस इज द नेचर ऑफ द वायरस, बिकॉज दिस इज वेयर वी सरेंडर। सानू नहीं पता कि उसका नेचर क्यों है, क्योंकि एक कुदरत का नियम है, परमात्मा का बनाया हुआ। सो 5 वाई थ्योरी कहती सानू अज दिन तक किसी भी चीज का कारण नहीं मिला। द अल्टीमेट रूट कॉज ऑफ एनीथिंग इन द यूनिवर्स इज नॉट नोन। रूट कॉज इज नोन बट अल्टीमेट रूट कॉज इज नॉट नोन। और गुरु साहब कहते हैं करण कारण, उन्होंने एग्जैक्ट सेम वर्ड यूज किया है। करण कारण थ्योरी है आजकल दी, करण कारण प्रभ एक है दूसरा नहीं कोई। सुखमनी साहब। सो गॉड अलोन इज द डूअर एंड इट्स द अल्टीमेट कॉज की है, वो भी परमात्मा ही है। देयर इज नन अदर एट ऑल।
कितने स्पष्ट तौर पे कॉजैलिटी व्यू दे बारे गुरबाणी सानू सेध दे रही है कि हर चीज का अल्टीमेट कारण सिर्फ ते सिर्फ परमात्मा और सानू नहीं पता। असी दूसरा कारण दूसरा रहंदे व्यू सपोर्टिव व्यूज दैट इज ट्रांसेंडेंटल व्यू, गूढ़वादी विचार या गहनवादी विचार। ट्रांसेंडेंटल व्यू कहते देयर हैज टू बी अ सोर्स फॉर यूनिवर्सल लॉज एंड मॉरल्स, द सोर्स हैज टू बी बिगर देन दीज लॉज एंड लॉजिक्स एंड मॉरल्स। दुनिया च हर चीज का एक सोर्स होंदा है और जो सोर्स होंदा है वो जो प्रोडक्ट है उहदे नाल ज्यादा वड्डा होंदा है। ये रूल है। अगर मैं आज कोई अपना व्यू रखन जा रहा तो मैं जितना भी व्यू रखांगा उस नाल ज्यादा मेरे माइंड च होएगा, मैं पूरी गल भी नहीं कह पावांगा। या जो इंसान किसी लैब विच काम कर रहा जो भी कर रहा उस जो दा सोर्स लभ रहा, सोर्स इज ऑलवेज अबव द फाइनल प्रोडक्ट। सो जो यूनिवर्सल लॉज ने जिन्होंने आज हर कोई मनदा कि ये तो यूनिवर्स दा लॉ है, उन्हां दा सोर्स की है, उहदा जवाब भी ढूंढना बहुत जरूरी है। और हर चीज का एक सोर्स है तो फिर मॉरल्स का भी कोई सोर्स होएगा, लॉजिक्स होंगे, हर एक चीज का लॉजिक का भी कोई सोर्स होना चाहिए। सो गुरु नानक साहब ने जिमें फरमाया है, नानक जी उपाय के लिख नावे धर्म बहालिया। जो ही जीवन की उत्पत्ति हुई है उहदे नाल दे नाल ही धर्म बहालिया मीनस कॉन्स्टिट्यूशन भी नाल रिलीज कर दिता। दैट वाज द सोर्स। इत्थे धर्म बहालिया इज लाइक कॉन्स्टिट्यूशन। जिवें साडा कंट्री कॉन्स्टिट्यूशन के हिसाब नाल चलदा है या हर कंट्री कॉन्स्टिट्यूशन के हिसाब नाल चलदा है, यूनिवर्स दे जिहड़े लॉज हैं उस कॉन्स्टिट्यूशन के हिसाब नाल चलणगे। उहदे चंगे मंदे दी भी परख होएगी जिवें कि साडे सिस्टम च हुंदी है। दुनिया के जिहड़े भी लॉ बने हैं, लॉ एनफोर्सिंग एजेंसीज है, जस्टिस सिस्टम है, सब कुछ है। इस तरह परमात्मा ने नाल दे नाल ही धर्म भी बहाल कर दिता और उस धर्म के हिसाब नाल ही दुनिया चल रही है। इत्थे धर्म का मतलब सिख धर्म ने, धर्म का मतलब एक कॉन्स्टिट्यूशन है। सो बेसिकली एज पर द गुरु इट वाज इंपॉर्टेंट टू डिफाइन द रूल्स ऑफ ट्रुथफुल लिविंग और अदरवाइज। जो भी ट्रुथफुल लिविंग है वो डिफाइन करना जरूरी सी, अदरवाइज असी कितना पता लगावांगे कि असी ठीक मार्ग ते हाँ भी कि नहीं है। सो दीज रूल्स वर वेल लेड आउट इन द फॉर्म ऑफ धर्मा, राइटियसनेस एंड टू जज द कर्मास डीड्स। ये जिवें मैं हुणे गल कीती कि जिवें कॉन्स्टिट्यूशन च लिखे हुंदे ने ये रूल हैं और इन्हां नूं असी गलत मन्नांगे, इन्हां नूं ठीक मन्नांगे, उस तरह यूनिवर्स दे विच जो जी आए ने उन्हां दे बारे भी रूल नाल दे नाल रिलीज हो गए। देयर आफ्टर एवरी ह्यूमन लाइफ फॉलोज द कॉमन यूनिवर्सल लॉज एंड इंडिविजुअल मॉरल स्टैंडर्ड्स। हुण यूनिवर्सल लॉज ते कॉमन ने पर मॉरल स्टैंडर्ड साडे अपने अपने हो जाते हैं, कर्म साडे वखरे हो जाते हैं जो साडे कर्मां तो डिफाइन होना है। उहदे बारे भी सब लिखा है और एग्जैक्टली इनू असीं मैच कर सकते हैं। जिवें एक कंट्री रन करदा उदा ही परमात्मा ने उस तो पहला यूनिवर्स रन करके दिखाया है। हुण जो तीसरा सपोर्टिव व्यू है वो है टेलीलॉजिकल व्यू, यानी कि उद्देश्यकारी विचार। इस थ्योरी के हिसाब नाल है कि इफ थिंग्स अपीयर टू बी डिजाइंड फॉर ए पर्पज देयर मस्ट बी इंटैलीजेंस बिहाइंड द डिजाइन। अगर कोई चीज का भी साडे सामने डिजाइन है, इस वक्त मेरे हाथ दे विच एक पेन है तो इस पेन नूं भी जिवें डिजाइन किया गया है तो इहदे पिछे थोड़ी इंटैलीजेंस रही होएगी जिन्हें इनू डिजाइन किया, ये अपने आप ते डिजाइन नहीं हो सकिया। और इस तरह जितनियां भी खूबसूरत चीज़ां उन्होंने कोई आर्ट फॉर्म च बनाता है, जो भी करता है तो उहदे पिछे कोई बनाने वाला भी होना चाहिए, अपने आप ते कुछ नहीं होंदा। सो एक व्यू है जिहड़ा कहंदा भी अगर दुनिया इन्नी खूबसूरत डिजाइन हुई है तो उन्होंने डिजाइन करने वाला भी कोई होना चाहिए। असीं एक एग्जाम्पल के तौर पर लिया DNA कोड, जिहदे 1 मिलियन कोड्स हैं जो इन्ने निक्के जे सैल दे अंदर 1 मिलियन कोड्स होंदे ने, इतने सोहने स्ट्रक्चर बनते ने, वो इवॉल्व होंदे ने, बॉडी बनती है, बॉडी अगों इवॉल्व होके अगे पूरे डेथ तक का एक साइकिल है जो कोड के अंदर सब कुछ लिखा हुआ है। सो स्ट्रक्चर ऑफ यूनिवर्स एंड मिलियंस ऑफ सराउंडिंग। वैसे आसपास देखिए तो कुदरत की हर चीज डिजाइंड है, इसका मतलब डिजाइन करने वाला भी कोई है। असी एक दुनियावी एग्जाम्पल लेंदे हैं। मान लीजिए एक फैक्ट्री का एरिया, इंडस्ट्रीयल एरिया है। इस इंडस्ट्रीयल एरिया के अंदर 80-60 को बेसिक कैमिकल्स पा देंगे ने। उस तो बाद ये अंदर सारिया फैक्ट्रियां ऑटो मोड चल दियां, कित्थे कितना पहुंचाना है, की सिस्टम है, एक जगह तो मटेरियल दूसरी जगह जाना, सब कुछ करना। और अंदर ही अंदर 5 ट्रिलियन यानी कि 5000 अरब
जगह ते अंदर ही अंदर मटीरियल पहुंच रहा। ये मान लो एक इंडस्ट्रीयल टाउन है, तो असं सोचांगे ये पिछे कितनी इंटैलीजेंस होएगी, इस सब कुछ ऑटो मोड चली जा रहा। पर ये इंडस्ट्रीयल टाउन कुछ होर नहीं है, एक मनुष्य का शरीर है जिथे 5 ट्रिलियन सैल्स के अंदर 60 बेसिक कैमिकल्स का सब का एक सैल का जो वर्तारा है वो अपने आप चली जा रहा है और सानू दी कोई खबर नहीं। दिन रात चल रहा, अंदर फैक्ट्रियां चल रही ने, असी अपना आराम नाल सो जाते हैं, जो सिस्टम चलने ने चलते रहते हैं, और ये कह देना कि ये पिछे कोई इंटैलीजेंस ही नहीं, अपने आप हो गया जी, सानू ते पता नहीं, रब कोई नहीं। सो दिस इज द बेसिकली वो सपोर्टिव व्यू है जो सानू जाके हिट करता है। अजी असी सिर्फ एक मनुख की गल कर रहे हैं, अपनी क्रिएशन ते भरी पई है, लखां तरह के क्रिएचर्स, लखां तरह के पेड़ पौधे, करोड़ों अरबां यूनिवर्सिटीज एंड ऑल दैट। सो हुण टेलीलॉजिकल व्यू बारे गुरबाणी कहती है, जात मैं जोत, जोत मैं जाता, अकल कला भरपूर रहा। इत्थे अकल कला बहुत इंपॉर्टेंट वर्ड है। इंटैलीजेंस एंड कला मीन्स आर्ट। सो इंटलैक्ट एंड आर्ट दा सोमा परमात्मा तू ही है। असी इस वर्ड नू सिंपल ना लईए, इहदे अंदर सारी दी सारी क्रिएशन दा भेद छुपया होया है। जात में जोत, जोत में जाता, अकल कला भरपूर रहा। क्योंकि जिथे क्वेश्चन आंदा है कि इस आर्ट दे पिछे किदा हथ है या इस इंटैलीजेंस दे पिछे किदा हथ है, उन्हां दोनों दा जवाब गुरु साहब ने बाणी च दिता है। सो जो अज दे व्यूज हैं, जो अज दे टेलीलॉजिकल व्यूज हैं, गुरबाणी उहदे बारे पहले ही सब जवाब दे चुकी है। इवन जाप साहब चाहता कि साहिब दिमाग है कि हुस्नल चिराग है। सेम इंटैलीजेंस एंड आर्ट की गल हो रही है, कि ब्यूटी की गल हो रही है। God is transcendent master of all intellectual power and God is enlightened lamp of illuminated beauty। ते जदों भी इंटैलीजेंस दी और ब्यूटी दी गल होएगी, उन्हां दा परफेक्ट कॉम्बिनेशन जिहड़ा है वो परमात्मा जिदा बेअंत बेअंत डिजाइन चल रहे हैं। असी ये कहिए कई ट्रिलियन चल रहे हैं, नहीं। गुरु नानक साहब ने इसी करके बेअंत वर्ड जगह जगह इस्तेमाल किया। उहदियां बेअंत खूबियां, उहदे बेअंत वर्चूज, उहदे बेअंत डिजाइन, उहदे बेअंत सारे दे सारे हर चीज च वर्ड बेअंत लेके आते हैं गुरु नानक साहब। सो हुण गुरु साहब का जो मैसेज है कि इट्स ए सुपर इंटेलेक्ट ऑफ ऑलमाइटी हु ब्लेस्ड and supported his creation with infinite breathtaking concepts and spectacular designs। साडा असी मुंह खुलिया रह जाता जो असी परमात्मा दे डिजाइन देखते हैं। तो सो ये इको ही सोर्स है जो पूरी दी पूरी ब्यूटी है, हर तरह हर डिजाइन दे विच फैली हुई है। सो हिज हैंड बिहाइंड ब्रेन एंड ब्यूटी ऑफ द क्रिएशन इज प्रेजवर्दी। उन्होंने ही असी सिर्फ प्रेजवर्दी कह सकते हैं, बाकी कुछ नहीं है। सो हुण जे असी विग्यानिकां दे विचार 50 साल बाद, 60 साल बाद, 70 साल बाद देखिए, ते जाण तो पहला माई एथिज्म इज ग्रेटली शेकन बाय न्यू डेवलपमेंट्स। जिस बंदे ने बिग बैंग थ्योरी कड्डी, जो आज तक मान्य है, जिस बिग बैंग थ्योरी के हिसाब नाल यूनीवर्स किदां क्रिएट होया, वो पहला परमात्मा नूं नहीं मनदा सी। पर जान तो पहले उन्हें कह दिया मैं एम बैडली शेकन। जड़ियां नवीं डेवलपमेंट्स हो रही उहदे नाल पता लगदा सी कित्थे नहीं पहुंच पाए। असी सानू एक बार लग्या सी कि असी सब कुछ पता लगा लांगे, पर ये लग रहा हुण होर भी ज्यादा पता लगाउण नूं बच गया। सो दिस इज हाउ हिज व्यूज चेंज। जितना जितना यूनिवर्स की नॉलेज बढ़ती गई है, उतना ही कहते ने कि द हाइपोथेसिस दैट देयर इज ए क्रिएटर गेन्स in credibility as the best explanation of why we are here। ये वो इंसान है जिन्हें पहला चैलेंज किया सी, उन्हें ये स्टेटमेंट दी, कहता ज्यों-ज्यों साडी नॉलेज बढ़ती जा रही यूनिवर्स बारे, क्रिएटर गॉड दे होने की संभावना भी उतनी ही ज्यादा बढ़ती जा रही। दैट मीन्स इनडायरेक्टली एक्सेप्टेड कि परमात्मा है। ये वो बंदे जिन्होंने चैलेंज किया सी। सो अगर असी तिन्ना नू सामने रख के देखिए, कॉजेलिटी व्यू, ट्रांसेंडेंटल व्यू एंड टेलीलॉजिकल व्यू, ते मामला तो बिल्कुल साफ है। These reasons led us to believe that even if one cannot comprehend the mystery behind the game of creation, there is supposed to be an extremely powerful eternal existence that makes sense for everything। अगर असी ये ना भी समझ पाइए कि परमात्मा की है कि नहीं है, पर इन्ना तो समझ आता है कि
हर जगह ते एक पावर, बहुत ही ज्यादा वड्डी पावर है जो पिछे काम कर रही है साइलेंटली, और उन्हें असी अपनी अखां नाल ना भी देख सकिए पर एक्सपीरियंस कर सकते हैं। सो अगर परमात्मा नूं कोई लैबोरेटरी च प्रूव कर सकता तो फिर तो परमात्मा तो वड्डा हो जाता। इस करके ये एक्सपैक्ट करना कि एक दिन परमात्मा नूं लैब विच प्रूव किया जाएगा वो एक मिसटेक है, क्योंकि जे लैब विच प्रूव हो गया तो फिर जो प्रूव करने वाला परमात्मा तो ऊपर हो जाएगा। सो दिस विल नेवर हैपन, सो वी शुड बी वेरी क्लियर अबाउट इट। सो एक कंक्लूसिव व्यू है, तेरी कुदरत तू है जाने और ना दूजा जाने। इस सारी मिस्ट्री नूं असी नहीं समझ सकते परमात्मा, पर जो मेन चीज है वो यही है कि इनफाइनाइट सोर्स ऑफ ऑल क्रिएशंस, ऑल पावर, ऑल क्रिएटिविटी, ऑल ब्यूटी, total knowledge and all universal laws had been a mystery and shall remain a mystery for a common man. Hooray! So being mystical is the inherent quality of the creator. उदी एक खूबी है कि वो mystical है, वो mystical है और mystical ही रहेगा जिन्हें गेम शुरू की है। So साडा एक fictitious question सी, is there a God? And the real question is, can there be anything other than God? पहला तो ਅਸੀਂ ਪੁੱਛ ਰਹੇ ਸੀ ਕਿ परमात्मा है, बट सच्चाई तो है कि क्वेश्चन ये होना चाहिए कि परमात्मा ਨੂੰ ਛੱਡ ਕੇ ਕੁਝ ਹੋਰ ਹੈ। दैट शुड बी द रियल क्वेश्चन। ਹੁਣ ਅਸੀਂ ਇੱਕ ਹੋਰ ਛੋਟਾ ਜਿਹਾ ਟੌਪਿਕ ਲੈ ਕੇ ਫਿਰ ਅਸੀਂ ਨਵੇਂ ਕੁਝ ਟੌਪਿਕ ਲੈ ਰਹੇ ਹਾਂ। ਇਸ ਸਿੱਖੀਜ਼ਮ ਹੈ ਮੋਨੋਥੀਸਟਿਕ ਰਿਲੀਜਨ, ਇਹ ਅਕਸਰ ਡਿਬੇਟ ਚੱਲਦਾ ਹੈ ਕਿ ਅਸੀਂ ਸਾਡੀ ਜੋ ਯਾਤਰਾ ਹੈ ਉਹ ਇੱਕ ਓंकार ਤੋਂ ਇੱਕ ਓंकार तक ही है, एक ओंकार ਤੋਂ शुरू होएगी, एक ओंकार ਤੇ ही समाप्त होएगी। स्टार्ट इत्थों है, कंक्लूड भी ਅਸੀਂ एक ओंकार ਤੇ ही करांगे। सो एक ओंकार ਦਾ मतलब ਸਾਡੇ ਲਈ बदल जाएगा। सो पहले ਅਸੀਂ ਕਹਿੰਦੇ देयर इज वन ऑल पावरफुल ओमनीप्रेजेंट गॉड, पर ਜਦੋਂ यात्रा समाप्त ਹੁੰਦੀ ਹੈ ਤੇ ਅਸੀਂ ਕਹਿੰਦੇ देयर इज नथिंग बट वन गॉड। ਹੁਣ ਹੋਰ ਕੁਝ ਹੈ ਹੀ ਨਹੀਂ ਹੈ। ਪਹਿਲਾਂ ਅਸੀਂ ਕਹਿੰਦੇ ਸੀ परमात्मा ਜਿਵੇਂ ਕੋਈ ਦੂਸਰੀ ਚੀਜ਼ ਹੈ, परमात्मा ਇੱਕ ਪਿੱਛੇ ਚੱਲ ਰਹੀ ਸ਼ਕਤੀ ਹੈ, परमात्मा ਉਹ ਹੈ ਜਿਨੇ ਸਭ ਕੁਝ ਬਣਾਇਆ। ਬਟ ਆਹਿਸਤਾ ਆਹਿਸਤਾ ਸੀ ਜਦੋਂ ਹੀ ਐਂਡ ਕ੍ਰੀਏਸ਼ਨ ਕਹਿੰਦੇ ਸੀ, ਹੁਣ ਅਖੀਰ 'ਚ ਜਾ ਕੇ ਇਨਸਾਨ ਕਹਿ ਦਿੰਦਾ ਓਨਲੀ ਹੀ। ਸੋ ਮੋਨੋਥੀਸਟ ਤੋਂ ਅਸੀਂ ਪੈਨਥੀਸਟ ਦੀ ਤਰਫ ਯਾਤਰਾ ਚੱਲਦੇ ਹਾਂ। ਮੋਨੋਥੀਸਟ ਮਤਲਬ ਅਸੀਂ ਇੱਕ परमात्मा ਨੂੰ ਮੰਨਦੇ ਹਾਂ, पैंथीस्ट मतलब परमात्मा तो इलावा कुछ भी नहीं है, ਅਸੀਂ ਇਹ ਮੰਨਦੇ ਹਾਂ। सो जो बेसिकली सिख धर्म है वो पैंथिस्टिक रिलीजन है, वो मोनोथिस्टिक नहीं है। मोनोथिस्टिक इस सेंस विच है कि उत्थों शुरुआत है, एंड मोनोथिस्टिक नहीं है। तू तू करता तू हुआ मुझ में रहा ना हूँ, जब आपा पर का मिट गया जित देखूं ते तू, तो फिर सब कुछ तू ही है परमात्मा, फिर होर कुछ है ही नहीं। शुरुआत ठीक है ਅਸੀਂ ਉਹਨੂੰ ਤੂੰ ਕਹਿ ਕੇ ਬੁਲਾਇਆ, ਉਹਦੇ ਕੋਲ ਮੰਗਿਆ, ਸਭ ਕੁਝ ਕੀਤਾ, ਪਰ ਜਿੱਥੇ ਅੰਤ ਹੋਇਆ ਉੱਥੇ ਆਪਣੇ ਆਪ ਨੂੰ ਖਤਮ ਕਰਕੇ ਹੀ ਅੰਤ ਹੋਇਆ। ਹੁਣ ਜੋ ਜਰਨੀ ਹੈ ਉਹਦੇ ਵਿੱਚ ਅਸੀਂ ਜੋ ਚੀਜ਼ ਦੇਖਣੀ ਹੈ, ਰੀਡਿਸਕਵਰ ਜਰਨੀ ਕਿਉਂ ਕਰਨੀ ਹੈ ਸਾਨੂੰ, ਕਿਉਂਕਿ ਅਸੀਂ ਲਾਈਫ ਦੇ ਓਰੀਜਨ ਨੂੰ ਸਮਝਣਾ ਚਾਹੁੰਦੇ ਹਾਂ, ਅਸੀਂ ਸੋਰਸ ਨਾਲ ਕਨੈਕਟ ਹੋਣਾ ਚਾਹੁੰਦੇ ਹਾਂ, ਅਸੀਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਾਂ ਜੋ ਕਿ ਇੱਕ ਆਨੰਦ ਦਾ ਸੋਮਾ ਹੈ। ਸੋ ਜਿਵੇਂ ਬੱਚਿਆਂ ਨੂੰ ਮਾਂ ਉਡੀਕਦੀ ਹੁੰਦੀ ਹੈ ਉਸ ਤਰ੍ਹਾਂ परमात्मा ਸਾਨੂੰ ਉਡੀਕਦਾ ਹੋਣਾ। परमात्मा ਨੇ ਭੇਜਿਆ, ਉਹ ਜਿਹੜੇ ਕੰਮ ਪੂਰੇ ਆ ਉਹ ਕਰੀਏ ਤੇ परमात्मा ਜਾ ਕੇ ਮਿਲੀਏ। ਜਿਵੇਂ ਖੇਡ ਕੇ ਆਣਗੇ ਬੱਚੇ, ਮਾਂ ਉਡੀਕਦੀ ਹੈ, ਉਸ ਤਰ੍ਹਾਂ परमात्मा ਸਾਡੇ ਇੰਤਜ਼ਾਰ 'ਚ ਹੈ। ਇਸ ਕਰਕੇ ਸਾਨੂੰ ਵੀ ਹੈਵ ਟੂ ਨੋ ਦਾ ਸੋਰਸ ਐਂਡ ਅੰਡਰਸਟੈਂਡ ਦਾ ਪਾਥ। ਇੱਕ ਤੇ ਜਾਣਾ ਕਿੱਥੇ, ਵਾਪਸ ਮੇਰਾ ਘਰ ਕਿਹੜਾ ਹੈ ਉਹ ਪਤਾ ਹੋਣਾ ਚਾਹੀਦਾ, ਉਸ ਘਰ ਤੱਕ ਜਾਣ ਦਾ ਮੇਰਾ ਰਸਤਾ ਕੀ ਹੈ ਮੈਨੂੰ ਉਹ ਵੀ ਪਤਾ ਹੋਣਾ ਚਾਹੀਦਾ। ਦੋ ਚੀਜ਼ਾਂ ਨਾ ਪਤਾ ਹੋਣ ਨਾਲ ਮੁਸ਼ਕਿਲ ਆਏਗੀ। ਤੇ ਅੱਜ ਅਸੀਂ ਜੋ ਡਿਸਕਸ਼ਨ ਕਰ ਰਹੇ ਹਾਂ ਉਹ ਅਸੀਂ ਸੋਰਸ ਦੀ ਕਰ ਰਹੇ ਹਾਂ, ਇੱਕ ਓंकार ਦੀ ਕਰ ਰਹੇ ਹਾਂ। ਅੱਜ ਸਾਰਾ ਫੋਕਸ ਇੱਕ ਓंकार ਤੇ ਹੀ ਰਹੇਗਾ, ਇੱਕ ਤੇ ਰਹੇਗਾ। ਹੁਣ ਅਸੀਂ ਸਿਰਫ ਇੱਕ ਦੀ ਗੱਲ ਕਰਾਂਗੇ। स्प्रेड ऑफ वन, जल थल मैयल पूरिया स्वामी सिरजनहार, अनेक भांत होए पसरिया नानक के कंकार। बहुत बार सुखमनी साहब च पढ़िया होया सी, नहीं ये सुखमनी साहब तो जस्ट बाद है गौड़ी सुखमनी, जिथे सुखमनी साहब की समाप्ति है पहला जो श्लोक है होया, जल थल मैयल पूरिया स्वामी सिरजनहार, अनेक भांत होए पसरिया नानक के कंकार। एक्सप्लेन करने की लोड़ नहीं है, जल विच थल विच हर जगह ते पूर्ण तौर ते परमात्मा सिरजनहार आप ही पसरिया। और
ਅਨੇਕਾਂ ਰੂਪ ਹੋ ਕੇ ਪਸਰਿਆ, ਅਲੱਗ-ਅਲੱਗ ਤਰੀਕੇ ਨਾਲ ਪਸਰਿਆ। ਸੋ ਇੱਕ ਜਿਹੜਾ ਉਹ ਡਿਵਾਈਡ ਹੋ ਗਿਆ। ਜਦੋਂ ਕ੍ਰੀਏਸ਼ਨ 'ਚ ਪਰਮਾਤਮਾ ਆਂਦਾ, ਉਹ ਇੱਕ ਦਾ ਅਸੀਂ ਡਿਵੀਜ਼ਨ ਦੇਖਦੇ ਹਾਂ, ਇੱਕ ਨੂੰ ਅਲੱਗ-ਅਲੱਗ ਰੂਪ ਔਰ ਰੰਗ ਵਿੱਚ ਜਾਂਦਿਆਂ ਦੇਖਦੇ ਹਾਂ, ਪਰ ਪਰਮਾਤਮਾ ਉਹਨਾਂ ਸਭ ਵਿੱਚ ਰਹਿੰਦਾ ਹੀ ਹੈ, ਖੁਦ ਵੀ ਉਹਨਾਂ ਵਿੱਚ ਪਸਰਿਆ। ਇਹ ਨਹੀਂ ਕਿ ਉਹ ਡਿਵੀਜ਼ਨ ਹੋਇਆ ਤੇ ਉਹਨਾਂ ਤੋਂ ਵੱਖਰਾ ਹੋ ਗਿਆ, ਕਿਉਂਕਿ ਸ੍ਰਿਸ਼ਟੀ ਦਿਖਾਣੀ ਹੈ, ਉਹਨੂੰ ਵੱਖਰਾ ਹੋਣਾ ਹੀ ਪਏਗਾ। ਸੋ ਵੱਖਰੇ ਰੂਪ ਵਿੱਚ ਪ੍ਰੈਜ਼ੈਂਟ ਹੁੰਦਾ ਔਰ ਉਹਦੇ ਵਿੱਚ ਆਪ ਆ ਕੇ ਬੈਠ ਜਾਂਦਾ ਪਰਮਾਤਮਾ। ਹੁਣ ਜਦੋਂ ਅਸੀਂ ਇਹ ਪੰਕਤੀ ਪੜ੍ਹਦੇ ਹਾਂ ਤੇ ਇਹਦੇ ਤੋਂ ਸਾਨੂੰ ਮੈਸੇਜ ਕੀ ਮਿਲਦੇ ਨੇ? ਲੈਟ ਅਸ ਟਰਾਈ ਟੂ ਅੰਡਰਸਟੈਂਡ ਵਾਟ ਆਰ ਦ ਮੈਸੇजेस ਵੀ ਗੈਟ when everything is one, then ओंकार is निराकार plus साकार। ये कुछ फंडामेंटल चीजें जो सानू जरूर पता होनी चाहिए। सो निराकार और साकार दा जो मिक्सचर है वो ओंकार है। हुण एक अगे इस करके लगाया किथे ना होए कि बड़े सारे ओंकार ने जी, बड़े सारे निराकार और बड़े सारे साकार हैं, नहीं। इस करके अगे एक लाके गुरु साहब ने हमेशा लिए क्लैरिफाई करता, ऐसे कोई दो ओंकार नहीं ने। निराकार और साकार ते चलो एक ਉਹਦਾ मैनिफेस्टेशन है, बट कोई दो ओंकार नहीं है। एक ओंकार दिस इज कंप्लीट स्क्रिप्चर इन इटसेल्फ। अगर ਅਸੀਂ ਹੁਣ ਇੱਕ ओंकार ਦੀ ਗੱਲ ਕਰੀਏ ਤੇ ਇੱਕ ओंकार ਆਪਣੇ ਆਪ 'ਚ ਇੱਕ ਪੂਰਾ ਗ੍ਰੰਥ ਹੋ ਗਿਆ। ਹਾਲਾਂਕਿ ਪੂਰਾ ਗੁਰੂ ਗ੍ਰੰਥ ਸਾਹਿਬ ਜਿਤਨਾ ਵੀ ਹੈ ਡਾਇਰੈਕਟਲੀ ਇਨਡਾਇਰੈਕਟਲੀ ਸਾਨੂੰ ਇੱਕ ओंकार ਦੀ ਹੀ ਗੱਲ ਕਰ ਰਿਹਾ, ਉੱਥੇ ਤੱਕ ਪਹੁੰਚਣ ਦੀ ਹੀ ਗੱਲ ਕਰ ਰਿਹਾ। ਸੋ ਆਪਣੇ ਆਪ 'ਚ ਇੱਕ ओंकार ਇੱਕ ਸਕ੍ਰਿਪਚਰ ਹੈ, ਪੂਰਾ ਗ੍ਰੰਥ ਹੀ ਹੈ। If we understand one, we understand everything। जिस दिन एक समझ आ गया, समझो हर चीज समझ आ गई, पर उन्हें समझना भी कोई आसान नहीं है। वो वही सारा पाथ है जिथे ਅਸੀਂ स्टेप बाय स्टेप उन्हें समझने की कोशिश करते हैं। सो केयर ऑफ वन इज केयर ऑफ सीड। ਜਦੋਂ ਅਸੀਂ परमात्मा ਦੀ केयर करते हैं, वो एक तरह ਦੀ बीज ਦੀ संभाल। ਹੁਣ ਉਸ बीज ਤੋਂ ਅਸੀਂ फल तक ਲਿਆਉਣ ਦੀ ਪ੍ਰਕਿਰਿਆ ਉਹ ਪੂਰਾ ਮਾਰਗ ਹੈ। If seed is lost, rest everything is meaningless। अगर बीज ਦੀ ਅਸੀਂ ਸੰਭਾਲ ਨਾ ਕੀਤੀ ਤੇ ਫਿਰ ਕੋਈ ਉਸ ਤੋਂ ਬਾਅਦ ਫਾਇਦਾ ਨਹੀਂ। ਫਿਰ ਉਸ ਤੋਂ ਬਾਅਦ ਬੀਜ ਗਵਾਚ ਗਿਆ ਤੇ ਸਮਝੋ ਉਹ ਫਲ ਫੂਲ ਬੂਟੇ ਕੁਛ ਨਹੀਂ ਸਾਡੇ ਲਈ, ਸਾਡੇ ਉਹ ਬੀਜ ਅੰਦਰ ਹੀ ਪਿਆ ਹੋਇਆ। ਅਗਰ ਬੀਜ ਦੀ ਸੰਭਾਲ ਨਹੀਂ ਹੈ ਤੇ ਫਿਰ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਵੀ ਬੰਦ ਹੈ। ਪਰ ਪਰਮਾਤਮਾ ਨੇ ਫਲੈਕਸੀਬਿਲਿਟੀ ਦਿੱਤੀ ਹੈ ਕਿ ਤੁਸੀਂ ਚਾਹੋ ਤੇ ਬੀਜ ਦੀ ਸੰਭਾਲ ਕਰੋ, ਤੁਸੀਂ ਚਾਹੋ ਤੇ ਬੀਜ ਦੀ ਸੰਭਾਲ ਨਹੀਂ ਕਰੋ। ਸੋ ਚੋਇਸਿਸ ਵੀ ਮੇਕ ਇਨ ਲਾਈਫ make all the difference। so ਹੁਣ ਸਾਡੇ ਤੇ ਹੈ ਕਿ ਲਾਈਫ ਦੇ ਵਿੱਚ ਅਸੀਂ ਕੀ ਚੋਇਸਿਸ ਲੈਂਦੇ ਆ। ਸੋ ਜੋ ਚੋਇਸ ਲਵਾਂਗੇ ਉਹਦੇ ਹਿਸਾਬ ਨਾਲ ਸਾਨੂੰ ਡਿਫਰੈਂਸ ਨਜ਼ਰ ਆ ਜਾਏਗਾ। ਸੋ ਮਨ ਨੂੰ ਪਲਟਣਾ ਜੀਵਨ ਦੀ ਅਸਲੀ ਖੇਡ ਹੈ। ਦੈਟ ਮੀਨਸ ਹੁਣ ਅਗਰ ਅਸੀਂ ਬੀਜ ਦੀ ਸੰਭਾਲ ਦੀ ਗੱਲ ਕਰੀਏ, ਮਾਰਗ ਤੇ ਟੁਰਨ ਦੀ ਗੱਲ ਕਰੀਏ, ਜੋ ਵੀ ਕਰੀਏ, ਅਲਟੀਮੇਟਲੀ ਉਹ ਮਨ ਨੂੰ ਪਲਟਣ ਦੀ ਇੱਕ ਖੇਡ ਚੱਲਦੀ ਹੈ। ਮਨ ਕੁਝ ਹੋਰ ਕਹਿੰਦਾ ਹੈ, ਮਨ ਨੂੰ ਸਮਝਾਉਣਾ, ਮਨ ਨੂੰ ਰਾਹ ਤੇ ਲਿਜਾਣਾ, मन ਨੂੰ ਇਹ ਕਹਿਣਾ ਕਿ ਜੀਵਨ ਦਾ ਕੀ ਮਕਸਦ ਹੈ ਔਰ ਕਿਸ ਰਾਹ ਤੇ ਤੁਰ ਕੇ ਅਸੀਂ ਉੱਤੇ ਪਹੁੰਚ ਸਕਦੇ ਹਾਂ, ਉਹੀ ਜੀਵਨ ਦਾ ਮੇਨ। ਸੋ ਵਨਨੈਸ ਇਜ਼ ਦਾ ਓਨਲੀ ਰਿਲੇਸ਼ਨਸ਼ਿਪ। ਹੁਣ ਅਸੀਂ ਵਨ ਦੀ ਵਿਸਥਾਰ ਦੀ ਗੱਲ ਕੀਤੀ ਸੀ, ਹੁਣ ਅਸੀਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ। ਜੋ ਅਸੀਂ ਆਪਸ ਸਾਰੀ ਦੁਨੀਆ ਦੇ ਵਿੱਚ ਰਿਲੇਸ਼ਨ ਚੱਲ ਰਹੇ ਹਾਂ। ਆਪੇ ਸੁਨ ਆਪੇ ਸੁਖਾਸਨ, ਆਪੇ ਸੁਨਤ ਆਪ ਹੀ ਜਾਸਨ, ਆਪਨ ਆਪ ਆਪੇ ਉਪਾਇਓ, ਆਪੇ ਬਾਪ आप ही मायो, आपे सुखम आपे अस्थूला, लखी न जाई नानक की लीला। सारे रिलेशन, छोटा बड़ा, आना जाना, सुनना कहना, सब कुछ आप ही है। एक दाते एक पैखारी जी, सब तेरे चोज विराना। तू आपे दाता आपे भुगता जी, हो तुद भी नवर न जाना। हुणे की कहोगे एक देण वाला और लैण वाले दा रिलेशन है, ਉਹਦੇ ਦੋਨੋਂ ਹੀ ਹੈ। ਪਰਮਾਤਮਾ ਹੀ ਦੇ ਰਿਹਾ, ਪਰਮਾਤਮਾ ਹੀ ਲੈ ਰਿਹਾ। ਕਹਿੰਦੇ ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਵੀ ਨਵਰ ਨਾ ਜਾਣਾ। ਤੇਰੇ ਤੋਂ ਬਿਨਾਂ ਤੇ ਮੈਂ ਕੁਛ ਨਹੀਂ ਜਾਣਦਾ। ਪਰਮਾਤਮਾ ਦੇ ਨਾਲ ਇੱਕ ਦੇ ਉੱਤੇ ਇੰਨੀਆਂ ਸਟਰੋਂਗ ਸਟੇਟਮੈਂਟ ਦੇ ਦੇਣਾ, ਇਹ ਕੋਈ ਬਹੁਤ ਹੀ ਵਿਰਲੇ, ਬਹੁਤ ਹੀ ਕਿਸੇ ਬਹੁਤ ਹੀ ਉੱਚੇ ਪਹੁੰਚੇ ਹੋਏ ਮਨੁੱਖ ਦੀ ਇੱਕ ਕਾਰਡ ਹੋ ਸਕਦੀ ਹੈ। ਹੁਣ ਵਨਨੈਸ ਆਫ ਰਿਲੇਸ਼ਨਸ਼ਿਪ ਜਦੋਂ ਅਸੀਂ ਐਸਟੈਬਲਿਸ਼ ਕਰਦੇ ਹਾਂ ਤੇ ਸਾਨੂੰ ਮੈਸੇਜ ਕੀ ਮਿਲਦੇ ਨੇ ਇੱਕ ਤੋਂ? when there is no other relationship, oneness removes all divisions of gender, caste, color, race। ਹੁਣ ਕਿੱਥੇ ਰਹਿ ਗਿਆ ਸਭ? oneness removes duality, breaks all barriers। ਸਾਰੇ ਬੈਰੀਅਰ ਤੋੜ ਦਿੰਦਾ ਹੈ, duality ਖਤਮ ਕਰ ਦਿੰਦਾ ਹੈ। oneness eliminates hatred, animosity, jealousy। अगर इतनी को नजर सानू सवाली हो जाए कि असी हर चीज च परमात्मा देखिए तो असी किन्नू हेट कर पावांगे?
ਕਿਹਦੇ ਨਾਲ ਸਾਡੀ ਜੈਲਸੀ ਹੋਏਗੀ, ਕਿਹਦੇ ਨਾਲ ਅਸੀਂ ਧੋਖਾ ਦੇ ਪਾਵਾਂਗੇ। ਸੋ ਵਨਨੈਸ ਰੀਡਿਫਾਈਨਸ ਆਵਰ ਡੀਲਿੰਗਸ। ਸਾਡੀ ਜ਼ਿੰਦਗੀ ਦੀਆਂ ਡੀਲਿੰਗ ਅਸੀਂ ਵਨਨੈਸ ਨਾਲ ਡਿਫਾਈਨ ਕਰ ਸਕਦੇ ਹਾਂ, ਰੀਡਿਫਾਈਨ ਕਰ ਸਕਦੇ ਹਾਂ। ਅਗਰ ਇਹ ਸਮਝ ਆ ਜਾਏ ਕਿ ਹਰ ਚੀਜ਼ ਪਰਮਾਤਮਾ ਹੀ ਹੈ ਔਰ ਰਿਲੇਸ਼ਨਸ਼ਿਪ ਉਹਨਾਂ ਦਾ ਆਪਸ ਵਿੱਚ ਵੀ ਪਰਮਾਤਮਾ ਵਾਲਾ ਹੀ ਹੈ। ਸੋ ਦਾ ਅਦਰ ਇਜ਼ ਹੈਲਥ, ਜੀਨ ਪੌਲ ਸਾਰਟਰੇ, ਜਿਹਦੇ ਤੇ ਬੜੀਆਂ ਪਿਕਚਰ ਬਣੀਆਂ, ਡਿਬੇਟ ਹੋਈ। ਇੱਕ ਫਿਲੋਸਫਰ ਹੈ ਜਿਹਨੇ ਕਹਿਤਾ ਸੀ ਦਾ ਅਦਰ ਇਜ਼ ਹੈਲ। ਅਗਰ ਕੋਈ ਵੀ ਦੁਨੀਆ 'ਚ ਦਿੱਕਤ ਹੈ ਤੇ ਸਿਰਫ ਇਸ ਕਰਕੇ ਕਿ ਮੇਰੇ ਤੋਂ ਇਲਾਵਾ ਕੋਈ ਦੂਸਰਾ ਹੈ। ਔਰ ਅਗਰ ਅਸੀਂ ਗੁਰੂ ਸਾਹਿਬ ਦੀ ਥਿਉਰੀ ਤੇ ਚੱਲੀਏ, ਜਿਹੜੀ ਇਸ ਥਿਉਰੀ ਤੋਂ ਬਹੁਤ ਅੱਗੇ ਨਿਕਲ ਜਾਂਦੀ ਹੈ, ਦਾ ਅਦਰ ਇਜ਼ ਆਲਸੋ ਮੀ, ਦਾ ਅਦਰ ਇਜ਼ ਆਲਸੋ ਗॉड। ਸੋ ਉਸ ਤੋਂ ਬਹੁਤ ਬਹੁਤ ਅੱਗੇ ਚਲੇ ਗਏ ਔਰ ਐਸੀ ਗੱਲ ਕਹਿਤੀ, ਕਿਉਂਕਿ ਉਹਨੇ ਤੇ ਦੱਸਿਆ ਦੁਨੀਆ ਦੀ ਹਰ ਪ੍ਰੋਬਲਮ ਦੇ ਪਿੱਛੇ ਕੋਈ ਦੂਸਰਾ ਹੈ, ਉਹ ਆਪ ਨਹੀਂ ਹੈ ਜਿਹਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ। ਸੋ ਬੜੀ ਲੰਬੀ ਚੌੜੀਆਂ ਬੁੱਕਸ हैं, थ्योरीज हैं। द अदर इज हेल बाय जीन पॉल सार्ट्रे। बट गुरु साहब ਦਾ ਦੇਖੋ ਵਿਚਾਰੋ, ਕਹਿੰਦੇ ਅਦਰ ਕੋਈ ਹੈ ਹੀ ਨਹੀਂ ਹੈ, ਤੁਸੀਂ ਕਿਉਂ ਦੇਖ ਰਹੇ ਹੋ ਅਦਰ ਨੂੰ? ਉਹਨੇ ਤੇ ਕਿਹਾ ਅਦਰ ਹੈ ਨੇ ਔਰ ਉਹ ਹੈਲ ਹੀ ਨੇ। ਹੁਣ ਕਨੈਕਟ ਵਿਦ ਵਨ ਦੀ ਅਗਰ ਗੱਲ ਹੋਏਗੀ, ਇੱਕ ਓੰਕਾਰ ਏਕ ਧੁਨ ਏਕੈ ਏਕੇ ਰਾਗ ਅਲਾਪੈ। ਹੁਣ ਉਹਦੇ ਨਾਲ ਕਨੈਕਟ ਕਿਵੇਂ ਹੋਣਾ? ਏਕਾ ਦੇਸੀ ਏਕ ਦਿਖਾਵੇ, ਏਕੋ ਰਿਹਾ ਬਿਆਪੇ, ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੇ, ਭਲੋ ਭਲੋ ਰੇ ਕੀਰਤਨੀਆ। ਸੋ ਗੁਰੂ ਸਾਹਿਬ ਕਹਿੰਦੇ ਨੇ ਹੁਣ ਉਹਦੇ ਨਾਲ ਕਨੈਕਟ ਵੀ ਹੋਣਾ ਤੇ ਗੱਲ ਸਿਰਫ ਇੱਕ ਦੀ ਕਰਨਾ। ਇੱਕ ਤੋਂ ਇਲਾਵਾ ਦੀ ਗੱਲ ਕਰੋਗੇ ਤਾਂ ਫਿਰ ਤੁਸੀਂ ਨਹੀਂ ਪਹੁੰਚ ਪਾਓਗੇ। ਹੁਣ ਅਸੀਂ ਵੈਨ ਵੀ ਕਨੈਕਟ ਵਿਦ ਵਨ ਤੇ ਉਹਦਾ ਇੰਪੈਕਟ ਵੀ ਦੇਖ ਲਈਏ ਕੀ ਹੈ। ਉਹ ਕਹਿੰਦੇ ਟਾਕ ਟੂ ਮੀ ਅਬਾਊਟ ਵਨ, ਮੇਰੇ ਨਾਲ ਸਿਰਫ ਇੱਕ ਦੀ ਹੀ ਗੱਲ ਕਰੋ। ਸਿੰਗ, ਲਿਸਨ, ਐਬਜ਼ੋਰਵ ਐਂਡ ਪ੍ਰੈਕਟਿਸ ਓਨਲੀ ਵਨ। There is no Anand without one. So ਇਹ ਬੇਸਿਕਲੀ ਗੁਰੂ ਸਾਹਿਬ ਜਦੋਂ ਆਨੰਦ ਵੱਲ ਲੈ ਜਾ ਰਹੇ ਨੇ ਤੇ ਕਹਿ ਰਹੇ ਨੇ ਸਾਰੇ ਰਸਤੇ ਤੁਹਾਨੂੰ ਇੱਕ ਓੰਕਾਰ ਦੇ ਇੱਕ ਦੀ ਯਾਦ ਬਣੀ ਰਹਿਣੀ ਚਾਹੀਦੀ ਹੈ। ਉਸ ਤੋਂ ਬਿਨਾ ਕੋਈ ਆਨੰਦ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਕੁਝ ਵੀ ਤੁਹਾਡੇ ਅੰਦਰ ਐਬਜ਼ੋਰਬ ਵੀ ਨਹੀਂ ਹੋਏਗਾ, ਕੁਝ ਸੁਣ ਵੀ ਨਹੀਂ ਪਾਓਗੇ ਜੋ ਸੁਣਨ ਲਾਇਕ ਹੈ, ਅਗਰ ਉਹਦੇ 'ਚ ਇੱਕ ਦੀ ਗੱਲ ਨਹੀਂ ਹੈ। So singing or kirtan is the fastest way to connect with one and it evokes emotion. ਇੱਥੇ ਕਿੱਥੇ ਆ ਕੇ ਜਦੋਂ ਅਸੀਂ ਕਾਵਿ ਦੀ ਗੱਲ ਕਰਦੇ ਹਾਂ, ਉਹਦੇ ਨਾਲ ਜਦੋਂ ਕਾਵਿ ਪੜ੍ਹੇ ਜਾਂਦੇ ਆ ਉਹਦੇ ਨਾਲ ਇਮੋਸ਼ਨਸ ਇਨਵੋਲਵਡ ਹੁੰਦੇ ਆ। ਪ੍ਰੋਜ਼ ਦੇ ਵਿੱਚ ਵੀ ਹੋ ਸਕਦੇ ਨੇ, ਨਹੀਂ ਵੀ ਹੋ ਸਕਦੇ, ਉਹ ਇੱਕ ਪਿਓਰ ਇੰਟੈਲੀਜੈਂਸ ਹੀ ਹੋ ਸਕਦੀ ਹੈ। ਪਰ ਜਦੋਂ ਚੀਜ਼ ਪ੍ਰੋਜ਼ ਨੂੰ ਕਾਵਿ ਦੇ ਲੈਵਲ ਤੇ ਉਠਾਇਆ ਜਾਂਦਾ, ਉਹਦੇ 'ਚ ਇਮੋਸ਼ਨਸ ਨਾਲ ਇਨਵੋਲਵ ਹੋ ਜਾਂਦੇ ਆ। ਔਰ ਇਹੀ ਬਿਊਟੀ ਹੈ, ਗੁਰੂ ਸਾਹਿਬ ਨੇ ਕਿਹਾ ਕਿ ਕੀਰਤਨ ਨੂੰ ਪ੍ਰਧਾਨ ਕਹਿਤਾ। ਸੋ ਇੱਥੇ ਕਿਤੇ ਆ ਕੇ ਸਾਨੂੰ ਇੱਕ ਮੈਸੇਜ ਹੋਰ ਮਿਲੇਗਾ ਉਸ ਸਿੱਖ ਨਾਲ ਜੁੜਨ ਦਾ, ਕਿ ਇੱਕ ਜਿਹੜਾ ਉਹ ਸਾਡੇ ਹਰ ਫੀਲਿੰਗ ਦੇ ਨਾਲ ਵੀ ਜੁੜਿਆ ਹੋਇਆ ਹੈ। ਵਨ ਫਰਮ ਸਟਾਰਟ ਟੂ ਫਿਨਿਸ਼, ਓੰਕਾਰ ਏਕੋ ਰਵ ਰਿਆ, ਸਭ ਇਕਸ ਮਾਹੇ ਸਮਾਵੇਂਗੋ, ਏਕੋ ਰੂਪ ਏਕ ਬਹੁ ਰੰਗੀ, ਸਭ ਇਕਸਤ ਬਚਨ ਚਲਾਵੇਂਗੋ, ਗੁਰਮੁਖ ਏਕੋ ਏਕ ਪਚਾਤਾ, ਗੁਰਮੁਤ ਹੋਏ ਲਖਾਵੇਂਗੋ, ਗੁਰਮੁਖ ਜਾਏ ਮਿਲੇ ਨਿਜ ਮੈਲੀ, ਅਨਹਦ ਸ਼ਬਦ ਬਜਾਵੇਂਗੇ। ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ ਜੋ ਵੀ ਹੈ, ਮੈਂ ਪੂਰੀ ਸ਼ਬਦ ਦੀ ਵਿਆਖਿਆ 'ਚ ਨਹੀਂ ਜਾ ਰਿਹਾ। ਜੋ ਮਾਰਗ ਹੈ ਉਹ ਮਾਰਗ ਇੱਕ ਦੇ ਨਾਲ ਭਰਿਆ ਪਿਆ ਹੈ। ਸੋ ਦ ਟਰੈਵਲਰ, ਦ ਪਾਥ ਐਂਡ ਦ ਡੈਸਟੀਨੇਸ਼ਨ ਆਲ ਆਰ ਵਨ। ਜਾਣ ਵਾਲਾ ਵੀ ਇੱਕ ਹੈ, ਮਾਰਗ ਵੀ ਉਹ ਇੱਕ ਹੀ ਹੈ, ਜਿੱਥੇ ਪਹੁੰਚ ਰਹੇ ਹੋ ਉਹ ਵੀ ਇੱਕ ਹੀ ਹੈ। ਇੰਨੀ ਖੂਬਸੂਰਤ ਗੱਲ, ਹਾਲਾਂਕਿ ਸਮਝਣੀ ਥੋੜੀ ਮੁਸ਼ਕਿਲ ਹੈ, ਪਰ ਗੁਰੂ ਸਾਹਿਬ ਬੜੀ ਕਲੀਅਰ ਸ਼ਬਦਾਂ 'ਚ ਕਹਿੰਦੇ ਨੇ। ਮੈਨੂੰ ਇੱਕ ਛੋਟੀ ਜੀ ਸਟੋਰੀ ਯਾਦ ਆਉਂਦੀ ਹੈ। ਮੈਂ ਇੱਕ ਬੁੱਕ 'ਚ ਪੜ੍ਹਿਆ ਸੀ, ਇੱਕ ਰਾਈਟਰ ਹੋਇਆ ਮੁਸ਼ਤਫਾ ਹੁਸੈਨ, ਉਹਨੇ ਕਿਤਾਬ ਲਿਖੀ ਹੈ। ਉਹਨੇ ਆਪਣੇ ਐਕਸਪੀਰੀਐਂਸਿਸ ਲਿਖੇ ਕਿ ਮੈਂ ਜਾਪਾਨ ਗਿਆ ਤੇ ਮੇਰਾ ਇੱਕ ਬੜਾ ਡਿਫਰੈਂਟ ਜਿਹਾ ਐਕਸਪੀਰੀਐਂਸ ਹੋਇਆ। ਕਹਿੰਦਾ ਮੈਂ ਕਿਸੇ ਨੂੰ ਮਿਲਣ ਜਾ ਰਿਹਾ ਸੀ, ਮੈਂ ਜਿਸ ਕਾਰ ਦੇ ਵਿੱਚ ਜਾ ਰਿਹਾ ਸੀ, ਕਹਿੰਦਾ ਉਹ ਸੁਜ਼ੂਕੀ ਕੰਪਨੀ ਦੀ ਕਾਰ ਸੀ। ਇੰਡੀਆ ਵਿੱਚ ਵੀ ਮਾਰੂਤੀ ਸੁਜ਼ੂਕੀ ਹੈ। ਕਹਿੰਦਾ ਕਾਰ ਦਾ ਜੋ ਮੇਕ ਸੀ ਉਹ ਸੁਜ਼ੂਕੀ ਸੀ। ਕਹਿੰਦਾ ਜਿਸ ਰੋਡ ਦੇ ਉੱਤੋਂ ਮੈਂ, ਜਿਸ ਹਾਈਵੇ ਤੋਂ ਜਾ ਰਿਹਾ ਸੀ, ਉਸ ਰੋਡ ਦਾ ਨਾਮ ਵੀ ਸੁਜ਼ੂਕੀ ਸੀ। ਕਹਿੰਦਾ ਮੈਂ ਜਿਸ ਏਰੀਆ ਦੇ ਵਿੱਚ ਜਾ ਰਿਹਾ ਸੀ, ਉਸ ਏਰੀਆ ਦਾ ਨਾਮ ਵੀ ਸੁਜ਼ੂਕੀ ਸੀ। ਔਰ ਜਿਸ ਕੰਪਨੀ ਦੇ ਵਿੱਚ ਉਹ ਬੰਦਾ ਕੰਮ ਕਰਦਾ ਸੀ, ਉਸ ਕੰਪਨੀ ਦਾ ਨਾਮ ਵੀ ਸੁਜ਼ੂਕੀ ਸੀ। ਔਰ ਜਿਸ ਬੰਦੇ ਨੂੰ ਮੈਂ ਮਿਲਣ ਜਾ ਰਿਹਾ ਸੀ, ਉਹਦਾ ਨਾਮ ਵੀ ਸੁਜ਼ੂਕੀ ਸੀ। ਕਹਿੰਦਾ ਏਦਾਂ ਲੱਗਦਾ ਜਿਵੇਂ ਸੁਜ਼ੂਕੀ ਨਾਲ ਇਹਨਾਂ ਨੂੰ ਬਹੁਤ ਪਿਆਰ ਹੈ। ਸੋ ਗੁਰੂ ਨਾਨਕ ਸਾਹਿਬ ਨੂੰ ਉਦਾਂ ਇੱਕ ਨਾਲ ਪਿਆਰ ਹੈ। ਕਹਿੰਦੇ ਜੋ ਜਾ ਰਿਹਾ ਉੱਥੇ ਤੇ ਉਹਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ। ਉਹ ਕਹਿੰਦੇ ਜੋ ਜਾ ਰਿਹਾ ਉਹ ਵੀ ਇੱਕ ਹੈ, ਮਾਰਗ ਵੀ ਇੱਕ ਹੈ, ਜਿੱਥੇ ਤੁਸੀਂ ਪਹੁੰਚਣਾ ਉਹ ਵੀ ਇੱਕ ਹੈ। ਸੋ ਉਹ
ਅਵਸਥਾ ਜਿੱਥੇ ਹਰ ਚੀਜ਼ ਦੇ ਵਿੱਚ ਪਰਮਾਤਮਾ ਨੂੰ ਇੱਕੋ ਨੂੰ ਹੀ ਦੇਖ ਪਾ ਰਹੇ ਹਾਂ। ਇਹ ਇੱਕ ਸ਼ਬਦ ਲਿਆ, ਮੈਂ ਸ਼ਬਦ ਪੂਰਾ ਪੜਾਂਗਾ ਵੀ ਨਹੀਂ, ਪਰ ਮੇਰੀ ਰਿਕੁਐਸਟ ਹੋਏਗੀ ਜਦੋਂ ਵਕਤ ਮਿਲੇ, ਰਾਗ ਸੋਹਿਲੇ ਮਹਿਲਾ ਪਹਿਲਾ, ਮਾਰੂ ਕੇ ਸੋਹਿਲੇ ਮਹਿਲਾ ਪਹਿਲਾ ਨੇ ਇਹ ਅੰਗ 1020 ਦੇ ਉੱਤੇ, ਔਰ ਇਸ ਤੋਂ ਬਾਅਦ ਇੱਕ ਨਹੀਂ ਕਈ ਸ਼ਬਦ ਹਨ। ਇਹ ਸਾਰੇ ਸਿਰਫ ਤੇ ਸਿਰਫ ਇੱਕ ਦੀ ਗੱਲ ਕਰਦੇ, ਇੱਕ ਇੱਕ ਵਰਡ ਨੂੰ ਰੁਕ ਕੇ ਸਮਝਣਾ ਪੈਂਦਾ ਹੈ। ਮੈਂ ਰੈਂਡਮਲੀ ਵੀ ਅਗਰ ਪੜਾਂ ਤੇ ਆਪੇ ਸੁਗੜ ਸਰੂਪ ਸਿਆਣਾ, ਕਹਿਤਾ ਬਖਤਾ ਸੁਣਤਾ ਸੋਈ, ਵਿੱਚ ਜਿੱਥੇ ਮਰਜ਼ੀ ਨਜ਼ਰ ਮਾਰ ਲਓ। ਇਸ ਤਰ੍ਹਾਂ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮੇਰੇ ਚਾਰੋਂ ਪਾਸੇ ਇੱਕ ਦੀ ਕੋਈ ਹਨੇਰੀ ਚੱਲ ਰਹੀ ਹੈ। ਜਦੋਂ ਹਨੇਰੀ ਚੱਲਦੀ ਹੈ ਤੇ ਉਹ ਡਸਟ ਤੋਂ ਇਲਾਵਾ ਜਿਵੇਂ ਕੁਝ ਨਹੀਂ ਦਿਸਦਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਇੱਕ ਦੀ ਹਨੇਰੀ 'ਚ ਇੱਕ ਤੋਂ ਇਲਾਵਾ ਜਿਵੇਂ ਚਾਰੋਂ ਪਾਸੇ ਕਿਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਹੋਣਗੇ ਜਦੋਂ ਇਹ ਸਾਰੇ ਸ਼ਬਦ ਉਚਾਰੇ ਗਏ। ਸੋ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਉਹ ਸੋਲੇ ਨੇ, ਮਾਰੂ ਸੋਲੇ ਮਹਿਲਾ ਪਹਿਲਾ, ਇਹ ਸੋਲੇ ਦੇ ਸੋਲੇ 16 ਪੰਕਤੀਆਂ ਵਾਲੇ 16 ਵਾਲੇ ਪਦੇ ਨੇ। ਔਰ ਇੱਕ ਵਾਰ ਜ਼ਰਾ ਸਮਾਂ ਕਰਕੇ ਪੜਨਾ, ਸਾਨੂੰ ਅਜੇ ਟਾਈਮ ਇਜਾਜ਼ਤ ਨਹੀਂ ਦੇਗਾ, ਤੁਹਾਨੂੰ ਇੱਕ ਵਾਰ ਫੀਲ ਆਏਗਾ ਕਿ ਇੱਕ ਦੀ ਹਨੇਰੀ ਚਾਰੋਂ ਪਾਸੇ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਦੀ, ਔਰ ਹਰ ਰੰਗ ਵਿੱਚ, ਹਰ ਰੂਪ ਵਿੱਚ, ਹਰ ਤਰੀਕੇ ਨਾਲ ਹਰ ਚੀਜ਼ ਜੋ ਹੋ ਰਹੀ ਹੈ, ਜੋ ਵਿਜ਼ੀਬਲ ਹੈ, ਨॉन ਵਿਜ਼ੀਬਲ ਹੈ, ਸਭ ਕੁਝ ਪਰਮਾਤਮਾ ਨਾਲ ਗੁਰੂ ਸਾਹਿਬ ਜੋੜਦੇ ਚਲੇ ਜਾ ਰਹੇ ਨੇ। ਇਵਨ ਰਹਿਣ ਦਿਨਸ ਨੂੰ ਵੀ, ਹਰ ਚੀਜ਼ ਨੂੰ ਪਰਮਾਤਮਾ ਦੀ ਖੇਡ ਨੂੰ ਮੰਨ ਕੇ ਇੱਕ ਨਾਲ ਜੋੜ ਰਹੇ ਨੇ। ਉਹ ਕਹਿੰਦੇ ਨੇ ਵਨ ਸੋਰਸ ਐਂਡ ਮੈਨੀ ਕਲਰਸ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਸੋ ਇੱਕ ਕਨਸਾਈਜ਼ ਤਰੀਕੇ ਨਾਲ ਜਿਹੜੇ ਇਤਨੇ ਸਾਰੇ ਸ਼ਬਦ ਹਨ, ਅਗਰ ਉਹਨਾਂ ਦੀ ਐਕਸਪੈਂਸ਼ਨ ਪੜ੍ਹ ਕੇ ਜੋ ਆਨੰਦ ਲੈ ਰਹੇ ਉਹ ਇੱਕ ਚੀਜ਼ ਹੈ, ਪਰ ਉਹਨਾਂ ਨੂੰ ਅਗਰ ਇੱਕ ਲਾਈਨ 'ਚ ਸਮਝਣਾ ਹੋਏ ਤੇ ਗੁਰੂ ਰਾਮਦਾਸ ਜੀ ਕਹਿੰਦੇ ਆ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹ ਹਰ ਰੰਗ ਦੇ ਵਿੱਚ ਉਸੀ ਦਾ ਹੀ ਰੰਗ ਹੈ, ਹਰ ਕਲਰ 'ਚ, ਹਰ ਚੀਜ਼, ਹਰ ਕ੍ਰੀਏਚਰ, ਹਰ ਚੀਜ਼ ਵਿੱਚ। ਸੋ ਇੱਕ ਦੀ ਜੋ ਗੱਲ ਚੱਲਦੀ ਹੈ ਤੇ ਇੱਕ ਦੀ ਗੱਲ ਕਿਤੇ ਚਲਦੀ ਤੇ ਹੈ, ਪਰ ਸੌਖਿਆਂ ਖਤਮ ਨਹੀਂ ਹੋਣ ਅੰਦਰ ਆਂਦੀ। ਸੋ ਵਟ ਡਾਇਰੈਕਸ਼ਨ ਵੀ ਆਰ ਟੇਕਿੰਗ ਦੈਨ, ਵਨ ਇਜ਼ ਬੇਸ ਆਫ ਆਲ ਅਦਰ ਨੰਬਰਸ। ਜੋ ਇੱਕ ਹੈ ਉਹ ਸਾਰੇ ਬਾਕੀ ਨੰਬਰਸ ਦਾ ਬੇਸ ਹੈ। ਤੁਸੀਂ ਇੱਕ ਨਾਲ ਡਿਵਾਈਡ ਜਾਂ ਮਲਟੀਪਲਾਈ ਕਰ ਲਓ, ਨੰਬਰ ਨੂੰ ਫਰਕ ਨਹੀਂ ਪੈਂਦਾ, ਉਹ ਹਰ ਨੰਬਰ ਦਾ ਇੱਕ ਆਪਣੇ ਆਪ ਬੇਸ ਵੀ ਹੈ। ਵਨਨੈਸ ਸੈਂਟਰਿਕ ਹੈ, ਪੂਰਾ ਦਾ ਪੂਰਾ ਜੋ ਗੁਰੂ ਸਾਹਿਬ ਦਾ ਰਸਤਾ ਹੈ ਉਹ ਵਨਨੈਸ ਸੈਂਟਰਿਕ ਹੈ। वन इज द सोर्स ऑफ एंटायर विजडम अवेलेबल इन द यूनिवर्स। जितनी भी सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कहन ना जाई तेरी तिल वड्याई। वो सोर्स इन्ना वड्डा है कि जो वापस बाहर मिल रहा है वो तिल दे बराबर भी नहीं। वन इज द स्प्रिंग ऑफ ऑल ब्यूटी इन द यूनिवर्स। जितनी भी ब्यूटी है दुनिया च उहदे पिछे भी एक परमात्मा ही है। वन इज फॉर फॉर बिहाइंड द कलैक्टिव वर्च्यूज एंड विजडम ऑफ क्रीचर, जो असीं हुणे गल कीती है। सो इट्स एंडलैस, बेअंत है। और बेअंत कहण च भी गुरु साहब ते कई बार कहंदे हैं कि असंख कहे सिर भार होए, मतलब असंख भी कहण विच शायद कोई नंबर माइंड च आ जांदा होए ते उहदे सिर च भार है कि बोझ रह जांदा। शायद मैं असंख भी ठीक वर्ड नहीं है, उस तो भी अगे दा कुछ होना चाहिए सी। ਹੁਣ ਅਸੀਂ ਫਾਈਨਲੀ ਜਰਨੀ ਟੂ ਵਨ ਦੇਖਦੇ ਹਾਂ। ਜੋ ਵਨ ਦੇ ਸਾਡਾ ਅੱਜ ਦਾ ਫੋਕਸ ਸੀ ਕਿ ਇਸ ਜਰਨੀ ਦੇ ਵਾਸਤੇ ਕੀ ਕੁਝ ਸਮਝਣਾ ਇੱਕ ਬੇਸਿਕ ਲੈਵਲ ਤੇ ਜ਼ਰੂਰੀ ਹੈ। ਜੋ ਸਭ ਨਾਲ ਪਹਿਲਾ ਸਟੈਪ ਹੈ ਗੁਰੂ ਸ਼ਬਦ ਹੈ। ਸ਼ਬਦ ਸੈਂਟਰਿਕ ਹੁੰਦੇ ਹਾਂ ਅਸੀਂ। ਜੋ ਸ਼ਬਦ ਗੁਰੂ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਨੇ, ਉਹ ਸਾਨੂੰ ਵਨ ਵੱਲ ਲੈ ਕੇ ਜਾਏਗਾ। फिर जो शब्द चो सानू मिलता है वो सानू की मिलता है, साढ़े हाथ चो लगता है वो हुक्म है कि परमात्मा दा हुक्म की है, उहदे नियम की हैं, सृष्टि किवें चल रही है। शब्द दे विच सानू हुक्म मिलता है और हुक्म सेंट्रिक असी फिर होंदे चले जाते हैं। फिर जो हुक्म सेंट्रिक होने तो बाद जो हुक्म बूझ उस तो सानू की मिलता है, वो है नाम सेंट्रिक। सो हुक्म नानक हुक्म है जो बुझे ता होमे कहे ना कोई। इत्थे आके जो नाम सेंट्रिक है फिर होमे भी खत्म होनी शुरू होती है। और फाइनली सारे नाम दा भंडार सानू वननेस सेंट्रिक है, वो परमात्मा वाल लै जांदा। ये मार्ग असी कई बार कई हज़ारां शब्दां विच देखांगे, इन्हां दा जिक्र आएगा, इन्हां दी गल होएगी। सो सानू शब्द गुरु नू पकड़ के रखना है, अरदास करनी है परमात्मा अपना हुक्म दसो। हुक्म नू पकड़ के रखना है, परमात्मा सानू नाम तक लैके जाओ। हुक्म और नाम दा एक जो एक सटल जा डिफरेंस है। जदों हुक्म तो नाम वाल जाने विच इमोशंस आ जाते हैं।
ਸੋ ਹੁਕਮ ਜਾਣਨਾ ਇੱਕ ਚੀਜ਼ ਹੈ, ਹੁਕਮ ਨੂੰ ਸਮਝਣਾ ਇੱਕ ਚੀਜ਼ ਹੈ। ਹੁਕਮ ਨੂੰ ਨਾਮ ਦੇ ਲੈਵਲ ਤੱਕ ਲੈ ਜਾਣ ਵਾਸਤੇ ਇਮੋਸ਼ਨਸ ਚਾਹੀਦੇ ਹਨ। ਜਦ ਤੱਕ ਅਸੀਂ ਪਿਛਲੇ ਮੋਡਿਊਲ 'ਚ ਨਾਮ ਵਿੱਚ ਡਿਸਕਸ ਕੀਤਾ ਸੀ, ਅਗਰ ਉਹ ਨਾਮ ਤੱਕ ਨਹੀਂ ਛੂੰਹਦੇ ਤੇ ਸਾਨੂੰ ਇਮੋਸ਼ਨਸ ਨਹੀਂ ਛੂੰਹਦੇ ਤੇ ਅਸੀਂ ਨਾਮ ਨੂੰ ਵਾਂਝੇ ਰਹਿ ਜਾਂਦੇ ਹਾਂ। ਸੋ ਚਾਹੇ ਉਹ ਗੁਰਮੁਖ ਹੱਸੇ ਗੁਰਮੁਖ ਰੋਵੇ ਵਾਲੀ ਅਵਸਥਾ ਹੋਏ, ਜੋ ਵੀ ਹੋਏ, ਹੁਕਮ ਦੇ ਇੰਨੇ ਡੀਪ ਚਲੇ ਜਾਓ ਕਿ ਸਾਨੂੰ ਇਮੋਸ਼ਨਸ ਜਾਗ ਜਾਣ। ਔਰ ਜਦੋਂ ਇਮੋਸ਼ਨਸ ਦਾ ਭੰਡਾਰ ਹੋਏਗਾ, ਫਿਰ ਪਰਮਾਤਮਾ ਨੇ ਆਪਣਾ ਵਾਲਾ ਵੀ ਸਾਰਾ ਅੰਮ੍ਰਿਤ ਉਹਦੇ 'ਚ ਪਾ ਦੇਣਾ ਤੇ ਆਪਣਾ ਜੋ ਅੰਮ੍ਰਿਤ ਖੱਟਿਆ ਫਿਰ ਉਹ ਸਭ ਇੱਕ ਹੋ ਜਾਣਾ ਔਰ ਫਿਰ ਅਖੀਰ 'ਚ ਇੱਕ ਇੱਕ ਹੀ ਹੋ ਜਾਣਾ। ਸੋ ਇਹ ਇੱਕ ਯਾਤਰਾ ਹੈ ਜਿਹਦੇ ਵਿੱਚ ਸਾਨੂੰ ਸਟੇਜਸ ਸਮਝ ਆਉਣਗੀਆਂ। ਸੋ ਸ਼ਬਦ ਸੈਂਟਰਿਕ ਟੂ ਹੁਕਮ ਸੈਂਟਰਿਕ, ਹੁਕਮ ਟੂ ਨਾਮ ਸੈਂਟਰਿਕ ਐਂਡ ਦੈਨ ਦ ਵਨਨੈਸ ਸੈਂਟਰਿਕ। ਸੋ ਇਹ ਸੀ ਗੱਲ ਕੁਝ ਇੱਕ ਓਂਕਾਰ ਦੀ, ਇੱਕ ਦੇ ਫੈਲਾਓ ਦੀ, ਇੱਕ ਦੇ ਰਿਲੇਸ਼ਨਸ ਦੀ, ਇੱਕ ਦੇ ਮਾਰਗ ਦੀ, ਜੋ ਅਸੀਂ ਵੈਰੀ ਬ੍ਰੌਡਲੀ ਇੱਕ ਓਂਕਾਰ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦਾ ਐਕਸਪੈਂਸ਼ਨ ਹੈ ਹੀ ਹੈ। ਸੋ ਇਹਨਾਂ ਕੁਝ ਸ਼ਬਦਾਂ ਨਾਲ ਸਮਾਪਤ ਕਰਦੇ ਹਾਂ ਔਰ ਹੋਈਆਂ ਭੁੱਲਾਂ ਚੁੱਕਾਂ ਲਈ ਬਹੁਤ ਬਹੁਤ ਖਿਮਾ। ਸੋ ਤੁਹਾਡੇ ਵਿਚਾਰ ਜਿਉਂ ਹੀ ਸਾਹਮਣੇ ਆਣਗੇ, ਥੋੜਾ ਇਹਦੇ 'ਚ ਹੋਰ ਵੀ ਸੋਝੀ ਪੈਣ ਦੀ ਇੱਕ ਸੰਭਾਵਨਾ ਹੈ, ਇਹਨੂੰ ਇੰਪਰੂਵ ਕਰਨ ਦੀ ਸੰਭਾਵਨਾ ਹੈ। ਸੋ ਤੁਸੀਂ ਪਲੀਜ਼ ਆਪਣੇ ਵਿਚਾਰ ਪ੍ਰਗਟ ਕਰੋ ਔਰ ਇਹਦੇ ਨਾਲ ਹੀ ਅਸੀਂ ਕਨਕਲੂਡ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ।